ਸਭ ਤੋਂ ਪਹਿਲਾਂ ਤਾਂ ਜੀ ਸੰਗਰੂਰ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਅਮਨਦੀਪ ਅਗਰਵਾਲ ਸੰਗਰੂਰ ਦੇ ਵਿੱਚ ਨਾਭਾ ਗੇਟ ਬਾਹਰ ਆਪਣੇ ਫਾਦਰ ਪ੍ਰੋਫੈਸਰ ਆਰ ਡੀ ਅਗਰਵਾਲ ਦੀ ਯਾਦ ਦੇ ਵਿੱਚ ਇੱਕ ਚੈਰੀਟੇਬਲ ਜਜ਼ਬੇ ਦੇ ਨਾਲ ਅਸੀਂ ਇੱਕ ਹਸਪੀਟਲ ਚਲਾ ਰਹੇ ਹਾਂ। ਸਾਡੀ ਇੱਥੇ ਕੋਸ਼ਿਸ਼ ਹੈ ਕਿ ਬਹੁਤ ਘੱਟ ਕੀਮਤ ਦੇ ਵਿੱਚ, ਬਹੁਤ ਘੱਟ ਤੋਂ ਘੱਟ ਫੀਸ ਦੇ ਵਿੱਚ ਪੇਸ਼ੈਂਟਸ ਦਾ ਵਧੀਆ ਤੋਂ ਵਧੀਆ ਇਲਾਜ ਕੀਤਾ ਜਾਵੇ। ਅਸੀਂ ਸਿਰਫ 100 ਰੁਪਏ ਫੀਸ ਦੇ ਵਿੱਚ ਪੇਸ਼ੈਂਟਸ ਦੀ ਇਲਾਜ ਕਰਦੇ ਹਾਂ ਤੇ ਸੰਡੇ ਨੂੰ ਫ੍ਰੀ ਸੇਵਾ ਦਿੰਦੇ ਹਾਂ। ਜਿਹੜਾ ਜੋਸ਼ੀ ਸਾਹਿਬ ਤੁਹਾਡਾ ਇਹ ਸਵਾਲ ਸੀਗਾ ਕਿ ਕੀ ਥਰਡ ਵੇਵ ਆਏਗੀ, ਕਦੋਂ ਆਏਗੀ, ਕਿੰਨੀ ਸੀਰੀਅਸ ਹੋਏਗੀ, ਇਸ ਦੇ ਬਾਰੇ ਦੱਸਣਾ ਚਾਹੁੰਦਾ ਕਿ ਮੇਰਾ ਆਪਣਾ ਇਹ ਮੰਨਣਾ ਹੈ ਕਿ ਚਾਹੇ ਉਹ ਭੂਚਾਲ ਹੈ, ਭਾਵੇਂ ਸੁਨਾਮੀ ਹੈ, ਇਸ ਨੂੰ ਕੋਈ ਵੀ ਜਾਣਾ ਪ੍ਰੈਡਿਕਟ ਨਹੀਂ ਕਰ ਸਕਿਆ। ਇਹ ਜਿਹੜੇ ਕਿਆਸ ਲਗਾਏ ਜਾ ਰਹੇ ਹੈ ਇਹ ਪਿਓਰਲੀ ਸਪੈਨਿਸ਼ ਫਲੂ ਜੋ 100 ਸਾਲ ਪਹਿਲਾਂ ਆਈ ਸੀ ਉਸ ਦੇ ਬੇਸ ਤੇ ਲਗਾਏ ਜਾ ਰਹੇ ਨੇ ਕਿ ਕਿਉਂਕਿ ਉਹ ਵੇਵਸ ਦੇ ਵਿੱਚ ਆਇਆ ਸੀ, ਇਸ ਕਰਕੇ ਇਹ ਵੀ ਵੇਵਸ ਦੇ ਵਿੱਚ ਆਏਗਾ, ਜਦ ਕਿ ਇਸ ਦੇ ਬਾਰੇ ਪਤਾ ਕਿਸੇ ਵੀ ਜਾਣੇ ਨੂੰ ਕੁਝ ਵੀ ਨਹੀਂ ਹੈ। ਇਹ ਆ ਵੀ ਸਕਦਾ, ਇਹ ਨਹੀਂ ਵੀ ਆ ਸਕਦਾ। ਹੁਣ ਜਿਹੜੇ ਵੇਰੀਐਂਟਸ ਇਹਦੇ ਆਉਣਗੇ ਉਹ ਕਿਵੇਂ ਬਿਹੇਵ ਕਰਨਗੇ, ਆਪਾਂ ਲੋਕਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਆਪਣਾ ਫੋਲੋ ਕਰਦੇ ਹਾਂ ਜਾਂ ਆਪਾਂ ਨਹੀਂ ਕਰਦੇ, ਇਹ ਸਾਰੀਆਂ ਚੀਜ਼ਾਂ ਤੇ ਆਧਾਰਿਤ ਹੋਏਗਾ। ਆਪਾਂ ਵੈਕਸੀਨੇਸ਼ਨ ਅਗਰ ਆਪਣੀ ਸਮੇਂ ਤੇ ਕਰਵਾ ਲੈਂਦੇ ਹਾਂ, ਅਗਰ ਆਪਾਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਆਪਣਾ ਫੋਲੋ ਕਰਦੇ ਹਾਂ, ਤਾਂ ਮੇਰਾ ਮੰਨਣਾ ਇਹ ਹੈ ਕਿ ਕੋਈ ਥਰਡ ਵੇਵ ਨਹੀਂ ਆਉਣੀ। ਹਾਂ, ਕੇਸਿਸ ਆਉਣਗੇ, ਲੇਕਿਨ ਇੰਨਾ ਗੰਭੀਰ ਸੰਕਟ ਜਿਸ ਤਰ੍ਹਾਂ ਦਾ ਸੈਕੰਡ ਵੇਵ ਦੇ ਦੌਰਾਨ ਆਪਾਂ ਨੇ ਦੇਖਿਆ, ਉਸ ਤਰ੍ਹਾਂ ਦਾ ਕੋਈ ਸੰਕਟ ਇਹੋ ਜਿਹਾ ਨਹੀਂ ਆਉਣ ਵਾਲਾ। ਇਹ ਫਾਲਤੂ ਦਾ ਇੱਕ ਡਰ ਫੈਲਾਇਆ ਜਾ ਰਿਹਾ ਹੈ। ਦੂਸਰਾ, ਮੇਰਾ ਇਹ ਵੀ ਮੰਨਣਾ ਹੈ ਕਿ ਜੋ ਚੜ੍ਹਦੀ ਕਲਾ ਦੇ ਵਿੱਚ ਜ਼ਿਆਦਾ ਆਪਾਂ ਰਹਿੰਦੇ ਹਾਂ, ਚੜ੍ਹਦੀ ਕਲਾ ਦੇ ਨਾਲ ਆਪਣੀ ਇਮਿਊਨਿਟੀ ਸਟਰੋਂਗ ਹੁੰਦੀ ਹੈ, ਆਪਣੀ ਬਾਡੀ ਦੇ ਵਿੱਚ ਜਿਹੜੀ ਪ੍ਰਤੀਰੋਧਕ ਤਾਕਤ ਹੈ, ਜਿਹੜੀ ਬਿਮਾਰੀਆਂ ਲੜਨ ਦੀ ਤਾਕਤ ਹੈ, ਉਹ ਮਜ਼ਬੂਤ ਹੁੰਦੀ ਹੈ। ਔਰ ਅਗਰ ਇਸ ਤਰ੍ਹਾਂ ਦਾ ਕੋਈ ਡਰ ਦਾ ਵਾਤਾਵਰਨ ਫੈਲਾਇਆ ਜਾਂਦਾ ਹੈ ਜਾਂ ਬਣਾਇਆ ਜਾਂਦਾ ਹੈ ਕਿ ਸਾਰੇ ਦੇ ਸਾਰੇ ਲੋਕ ਡਰਦੇ ਨੇ ਕਿ ਥਰਡ ਵੇਵ ਆ ਜਾਏਗੀ, ਪਤਾ ਨਹੀਂ ਕੀ ਹੋ ਜਾਏਗਾ, ਇਸ ਦੇ ਵਿੱਚ ਇੱਕ ਸਾਰੀ ਦੀ ਸਾਰੀ ਸੁਸਾਇਟੀ ਦੀ ਜਿਹੜੀ ਇਮਿਊਨਿਟੀ ਹੈ, ਜਿਹੜੀ ਬਿਮਾਰੀਆਂ ਲੜਨ ਦੀ ਤਾਕਤ ਹੈ, ਉਹ ਘਟੇਗੀ। ਸੋ ਇਸ ਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਲੋੜ ਹੈ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਨਤਾ ਨੂੰ ਪ੍ਰੇਰਿਤ ਕਰੀਏ ਕਿ ਉਹ ਵੈਕਸੀਨੇਸ਼ਨ ਕਰਵਾਵੇ, ਉਹ ਜਿਹੜੀ ਪ੍ਰੀਕਾਸ਼ਨਸ ਹੈ ਕੋਵਿਡ ਦੇ ਬਚਾਅ ਦੇ ਲਈ ਉਹਨਾਂ ਦੀ ਪਾਲਣਾ ਕਰੇ। ਅਗਰ ਇਸ ਚੀਜ਼ ਦੀ ਪਾਲਣਾ ਕੀਤੀ ਜਾਂਦੀ ਹੈ, ਵੈਕਸੀਨੇਸ਼ਨ ਵੱਧ ਤੋਂ ਵੱਧ ਗਿਣਤੀ 'ਚ ਕੀਤੀ ਜਾਂਦੀ ਹੈ, ਤਾਂ ਕੋਈ ਰੀਜ਼ਨ ਹੀ ਨਹੀਂ ਕਿ ਆਪਾਂ ਨੂੰ ਡਰਨ ਦੀ ਲੋੜ ਹੈ। ਜਦ ਆਪਾਂ ਚੜ੍ਹਦੀ ਕਲਾ 'ਚ ਰਹਾਂਗੇ ਤਾਂ ਆਪਾਂ ਨੂੰ ਕੋਈ ਬਿਮਾਰੀ ਨਹੀਂ ਛੂਹ ਸਕਦੀ, ਆਪਣੇ ਅੰਦਰ ਆਲਰੇਡੀ ਇਮਿਊਨਿਟੀ ਹੈ। ਦੂਸਰਾ, ਇੱਕ ਚੀਜ਼ ਹੋਰ ਹੈ ਕਿ ਆਫੀਸ਼ੀਅਲ ਫਿਗਰਸ ਦੇ ਮੁਤਾਬਕ 35-37 ਕਰੋੜ ਲੋਕਾਂ ਦੇ ਵੈਕਸੀਨ ਲੱਗ ਚੁੱਕੀ। ਔਰ ਜੋ ਇੰਟਰਨੈਸ਼ਨਲ ਕੁਝ ਐਕਸਪਰਟਸ ਹੈ ਜਿਨ੍ਹਾਂ ਨੂੰ ਮੈਂ ਫੋਲੋ ਕਰ ਰਿਹਾ, ਜਿਨ੍ਹਾਂ ਨੂੰ ਮੈਂ ਦੇਖ ਰਿਹਾ, ਉਹਨਾਂ ਦਾ ਮੰਨਣਾ ਹੈ ਕਿ ਲਗਭਗ ਇੰਨੀ ਕੀ ਗਿਣਤੀ ਦੇ ਲੋਕਾਂ ਨੂੰ ਇਹ ਲਾਗ ਵੀ ਹੋ ਚੁੱਕੀ। ਹਾਂ, ਕੁਝ ਸਰਕਾਰੀ ਰਿਕਾਰਡ ਦੇ ਵਿੱਚ ਆਏ, ਕੁਛਾਂ ਨੇ ਆਪਣੇ ਟੈਸਟ ਨਹੀਂ ਕਰਵਾਏ ਜਾਂ ਟੈਸਟ ਕਰਵਾਏ, ਲੇਕਿਨ ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਜਿਵੇਂ ਸਾਇੰਟਿਸਟ ਵੀ ਮੰਨਦੇ ਨੇ ਕਿ ਡੈਲਟਾ ਵੇਰੀਐਂਟ ਦੇ ਵਿੱਚ RT-PCR ਟੈਸਟ ਬਹੁਤ ਕੇਸਾਂ 'ਚ ਨੈਗੇਟਿਵ ਆ ਜਾਂਦਾ। ਤਾਂ ਅਗਰ ਨੈਗੇਟਿਵ ਆ ਗਿਆ ਪਰ ਉਹਨਾਂ ਦੇ ਬਿਮਾਰੀ ਦੇ ਨਾਲ ਲੜਨ ਦੀ ਤਾਕਤ ਤਾਂ ਵਿਕਸਿਤ ਹੋਗੀ। ਸੋ ਅਗਰ ਅਸੀਂ ਇਹ ਮੰਨੀਏ ਕਿ ਇੰਨੀ ਬੜੀ ਜਨਤਾ ਦੇ ਵੈਕਸੀਨੇਸ਼ਨ ਹੋਗੀ ਔਰ ਉਨੀ ਕੀ ਤਕਰੀਬਨ ਜਨਤਾ ਦੇ ਇਸ ਦੀ ਇਮਿਊਨਿਟੀ ਵੈਸੇ ਡਿਵੈਲਪ ਹੋਗੀ ਕੁਦਰਤੀ ਤੌਰ 'ਤੇ, ਤਾਂ ਆਪਾਂ ਨੂੰ ਵੈਸੇ ਡਰਨ ਦੀ ਕੋਈ ਲੋੜ ਨਹੀਂ। ਆਪਣੇ ਅੰਦਰ ਹਰਡ ਇਮਿਊਨਿਟੀ ਆ ਗਈ ਹੈ। ਆਉਂਦੇ 1 ਮਹੀਨੇ 2 ਮਹੀਨੇ 'ਚ ਅਗਰ ਵੈਕਸੀਨੇਸ਼ਨ ਦੀ ਰਫ਼ਤਾਰ ਉਨੀ ਹੋ ਰਹਿੰਦੀ ਹੈ, ਅਗਰ ਆਪਾਂ ਕੋਵਿਡ ਐਪਰੋਪਰੀਏਟ ਬਿਹੇਵੀਅਰ ਫੋਲੋ ਕਰਦੇ ਰਹਿੰਦੇ ਹਾਂ, ਅਗਰ ਆਪਾਂ ਹਿਲ ਸਟੇਸ਼ਨਾਂ 'ਤੇ ਐਵੇਂ ਭੀੜ ਭੜੱਕਾ ਨਹੀਂ ਕਰਦੇ ਜਿਵੇਂ ਪਿਛਲੇ 2-3 ਦਿਨ ਦੀਆਂ ਰਿਪੋਰਟਾਂ ਆਈਆਂ, ਤਾਂ ਕੋਈ ਥਰਡ ਵੇਵ ਨਹੀਂ ਆਣੀ, ਕੁਛ ਨਹੀਂ ਆਉਣਾ। ਸਿਰਫ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਹੈ। ਅਗਰ ਆਪਾਂ ਇਤਿਹਾਸ ਨੂੰ ਦੇਖੀਏ, ਇਤਿਹਾਸ ਦੇ ਵਿੱਚ ਆਪਾਂ ਹਾਲੇ ਤੱਕ ਅਗਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬੀਆਂ ਨੇ ਤਾਂ ਬਹੁਤ ਸਾਰੇ ਸੰਕਟ ਦੇਖੇ ਨੇ। ਆਪਣੇ 'ਤੇ ਇੰਨੀਆਂ ਆਪਦਾਂ ਆਈਆਂ, ਇੰਨੀਆਂ ਆ ਕੇ ਚਲੀਆਂ ਗਈਆਂ, ਨਾ ਪੰਜਾਬ ਦਾ ਕੁਛ ਮਿਟਿਆ, ਨਾ ਪੰਜਾਬੀਆਂ ਦਾ ਕੁਛ ਮਿਟਿਆ। ਆਪਾਂ ਦਲੇਰ ਲੋਕ ਆ, ਤਾਂ ਦਲੇਰੀ ਨਾਲ ਹੀ ਆਪਣਾ ਕੰਮ ਚੱਲਣਾ। ਕੋਈ ਥਰਡ ਵੇਵ ਨਹੀਂ ਆਉਣੀ, ਚੜ੍ਹਦੀ ਕਲਾ 'ਚ ਰਹੋ। ਹਾਂ, ਪ੍ਰੀਕਾਸ਼ਨਸ ਰੱਖੋ। ਜੋ ਸਰ ਮੇਰਾ ਇਹ ਮੰਨਣਾ ਹੈ ਕਿ ਜੋ ਬਾਕੀ ਦੇ ਦੇਸ਼ ਜਿਸ ਮੁਕਾਮ 'ਤੇ ਇਸ ਵੇਲੇ ਖੜੇ ਨੇ, ਲਗਭਗ ਉਸੇ ਮੁਕਾਮ 'ਤੇ ਆਪਾਂ ਖੜੇ ਹਾਂ। ਕੁਛ ਜਿਹੜੇ ਆਪਣੇ ਤੋਂ ਡਿਵੈਲਪਡ ਕੰਟਰੀਜ਼ ਹੈ, ਉਹ ਵੈਕਸੀਨੇਸ਼ਨ ਦੇ ਜ਼ਰੀਏ ਇਸ ਮੰਜ਼ਿਲ 'ਤੇ ਪਹੁੰਚ ਗਏ। ਜਿੰਨੀ ਕੁ ਉਹਨਾਂ ਦੇ ਅੰਦਰ ਇਮਿਊਨਿਟੀ ਡਿਵੈਲਪ ਹੋਈ ਹੈ, ਉਹ ਵੈਕਸੀਨੇਸ਼ਨ ਦੇ ਜ਼ਰੀਏ ਜ਼ਿਆਦਾ ਹੋਗੀ, ਬਿਮਾਰੀ ਨਾਲ ਘੱਟ ਹੋਈ। ਆਪਣੇ ਅੰਦਰ ਜ਼ਿਆਦਾ ਬਿਮਾਰੀ ਨਾਲ ਹੋਗੀ, ਵੈਕਸੀਨੇਸ਼ਨ ਦੇ ਨਾਲ ਵੀ ਹੋਗੀ, ਲੇਕਿਨ ਆਪਾਂ ਨੂੰ ਕੋਈ ਪਹਿਲੀ ਗੱਲ ਉਹਨਾਂ ਨਾਲੋਂ ਵੱਧ ਖਤਰਾ ਨਹੀਂ ਹੈ। ਦੂਸਰਾ, ਮੇਰਾ ਇਹ ਮੰਨਣਾ ਹੈ ਕਿ ਆਪਾਂ ਇੰਡੀਅਨਸ ਜੋ ਹੈ, ਆਪਾਂ ਭਾਰਤੀ ਲੋਕ,
ਆਪਾਂ ਵੈਸੇ ਹੀ ਆਪਣੀ ਇਮਿਊਨਿਟੀ ਥੋੜੀ ਸਟਰੋਂਗ ਹੁੰਦੀ ਹੈ, ਸੋ ਆਪਣੇ ਉੱਤੇ ਬਿਮਾਰੀ ਦੀ ਓਨੀ ਮਾਰ ਨਹੀਂ ਹੈ ਜਿੰਨੀ ਬਾਹਰਲੇ ਲੋਕਾਂ ਤੇ ਹੈ। ਤੀਸਰਾ, ਜਿਹੜੇ ਆਪਾਂ ਬਾਹਰਲੇ ਆંકੜਿਆਂ ਦੇ ਨਾਲ ਆਪਾਂ ਨਾਲ ਦੀ ਨਾਲ ਆਪਣਾ ਮੁਲਾਂਕਣ ਕਰ ਲੈਂਦੇ ਆ ਕਿ ਆਪਣੇ ਤੇ ਵੀ ਉਹੀ ਖਤਰਾ ਆਏਗਾ ਜੋ ਬਾਕੀ ਦੇ ਕੰਟਰੀਜ਼ 'ਚ ਆਇਆ। ਉਹਨਾਂ ਕੰਟਰੀਜ਼ 'ਚ ਔਰ ਆਪਣੇ ਕੰਟਰੀ ਦੇ ਵਾਤਾਵਰਣ ਦੇ ਵਿੱਚ, ਆਪਣੇ ਖਾਣੇ ਪਾਣੇ ਦੇ ਵਿੱਚ ਇਹਨਾਂ ਦੀ ਕੋਈ ਸਾਂਝ ਹੀ ਨਹੀਂ ਹੈ। ਠੀਕ ਹੈ, ਸੋ ਇਹ ਜ਼ਰੂਰੀ ਨਹੀਂ ਹੈ ਕਿ ਅਗਰ ਉਹਨਾਂ ਕੰਟਰੀਜ਼ 'ਚ ਕੋਈ ਆਪਦਾ ਆਉਂਦੀ ਹੈ ਤਾਂ ਆਪਣੇ ਕੰਟਰੀ 'ਚ ਵੀ ਉਹ ਆਪਦਾ ਉਵੇਂ ਹੀ ਆਏਗੀ। ਥਰਡ ਚੀਜ਼, ਇੱਕ ਚੀਜ਼ ਹੋਰ ਤੁਹਾਨੂੰ ਮੰਨਣੀ ਪਏਗੀ ਕਿ ਆਪਣਾ ਜਿਹੜਾ ਕੰਟਰੀ ਹੈਗਾ, ਇਸ ਦੇ ਵਿੱਚ ਬਹੁਤ ਸਾਰੇ ਪੋਲਿਊਸ਼ਨ ਤੋਂ, ਬਹੁਤ ਸਾਰੀਆਂ ਚੀਜ਼ਾਂ ਤੋਂ ਆਪਣੇ ਅੰਦਰ ਵੈਸੀ ਇਮਿਊਨਿਟੀ ਹੈਗੀ ਹੈ, ਆਪਣੇ ਅੰਦਰ ਵੈਸੀ ਰੈਜ਼ਿਸਟੈਂਸ ਹੈਗੀ ਹੈ। ਸੋ ਬਿਮਾਰੀ ਜਿਹੜੀ ਹੈਗੀ ਹੈ ਖੰਘ ਜ਼ੁਕਾਮ ਵਾਲੀ, ਇਹ ਜਲਦੀ ਆਪਣੇ ਅੰਦਰ ਵੈਸੇ ਹੀ ਨਹੀਂ ਆਉਂਦੀ। ਬੱਚਿਆਂ ਨੂੰ ਕੋਈ ਇਸ ਦੇ ਵਿੱਚ ਕੋਈ ਸਪੈਸ਼ਲ ਪਰੇਸ਼ਾਨੀ ਦੀ ਮੈਂ ਨਹੀਂ ਕੋਈ ਸਮਝਦਾ, ਕੋਈ ਇਸ ਦੇ ਵਿੱਚ ਚਿੰਤਾ ਦੀ ਗੱਲ ਹੈ, ਕਿਉਂਕਿ ਜਿੰਨੇ ਵੀ ਐਂਟੀਬਾਡੀ ਸਟੱਡੀਜ਼ ਕੀਤੀਆਂ ਗਈਆਂ, ਜਿੰਨੇ ਐਡਲਟ ਪੋਪੂਲੇਸ਼ਨ ਦੇ ਵਿੱਚ ਐਂਟੀਬਾਡੀਜ਼ ਡਿਵੈਲਪ ਹੋਏ ਆ, ਉਨੇ ਹੀ ਬੱਚਿਆਂ ਦੇ ਵਿੱਚ ਵੀ ਡਿਵੈਲਪ ਹੋਏ ਨੇ। ਸੋ ਅਗਰ ਬੱਚਿਆਂ ਦੇ ਵਿੱਚ ਉਨੀ ਕੀ ਇਮਿਊਨਿਟੀ ਡਿਵੈਲਪ ਹੋ ਗਈ ਹੈ, ਉਨੀ ਪਰਸੈਂਟੇਜ 'ਚ ਡਿਵੈਲਪ ਹੋ ਗਈ ਹੈ ਜਿੰਨੀ ਐਡਲਟਸ ਦੇ ਵਿੱਚ ਡਿਵੈਲਪ ਹੋਈ ਹੈ, ਚਾਹੇ ਬਿਮਾਰੀ ਰਾਹੀਂ ਹੋਈ, ਚਾਹੇ ਵੈਕਸੀਨੇਸ਼ਨ ਰਾਹੀਂ ਹੋਈ, ਚਾਹੇ ਏਸਿਮਟੋਮੈਟਿਕ ਡਿਜ਼ੀਜ਼ ਰਾਹੀਂ ਹੋਈ, ਜਿਸ ਦਾ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ, ਲੇਕਿਨ ਉਹਨਾਂ ਦੇ ਵਿੱਚ ਉਹਦੀ ਬਿਮਾਰੀ ਹੋ ਕੇ ਲੰਘ ਗਈ ਔਰ ਉਹਨਾਂ ਦੇ ਅੰਦਰ ਪ੍ਰਤੀਰੋਧਕ ਤਾਕਤ ਬਣ ਗਈ, ਤਾਂ ਉਸ ਦੇ ਵਿੱਚ ਆਪਾਂ ਨੂੰ ਕੋਈ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹੜੀ ਇਹ ਥਰਡ ਵੇਵ ਦੀ ਆਪਾਂ ਗੱਲ ਕਰ ਰਹੇ ਹਾਂ, ਥਰਡ ਵੇਵ ਆਏਗੀ, ਥਰਡ ਵੇਵ ਸ਼ੁਰੂ ਹੋ ਗਈ, ਮੇਰਾ ਇਹ ਮੰਨਣਾ ਹੈ ਕਿ ਸੈਕੰਡ ਵੇਵ ਦਾ ਹੀ ਜੋ ਸਪਾਈਕ ਹੈ, ਜਦੋਂ ਨੀਚੇ ਆਉਂਦਾ ਤਾਂ ਇਸ ਦੇ ਵਿੱਚ ਵੀ ਬਾਰ-ਬਾਰ ਥੋੜਾ ਉੱਪਰ ਜਾਂਦਾ, ਫਿਰ ਨੀਚੇ ਆਉਂਦਾ, ਫਿਰ ਥੋੜਾ ਉੱਪਰ ਜਾਂਦਾ, ਫਿਰ ਨੀਚੇ ਜਾਂਦਾ। ਨੀਚੇ ਆਉਣ ਦੇ ਵਿੱਚ ਥੋੜਾ ਜਿਹਾ ਟਾਈਮ ਲੱਗੇਗਾ, ਫਿਰ ਇਹ ਬਿਲਕੁਲ ਨਾਰਮਲ ਹੋ ਜਾਏਗਾ। ਮੋਰ ਓਵਰ, ਇਹ ਇੱਕ ਬਿਮਾਰੀ ਹੈ ਜੋ ਕਿ ਆਮ ਫਲੂ ਵਾਂਗ ਇਹ ਆਪਣੇ ਵਿੱਚ ਰਹਿਣੀ ਹੈ। ਇਸ ਦੇ ਇੱਕਾ ਦੁੱਕਾ ਛੋਟੇ-ਮੋਟੇ ਕੇਸਿਸ ਚੱਲਦੇ ਰਹਿਣੇ ਹੈ, ਇਹ ਕੋਈ ਜਲਦੀ ਜਾਣ ਵਾਲੀ ਨਹੀਂ ਲੱਗਦੀ। ਸੋ ਇਸ ਤੋਂ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ। ਹਾਂ, ਵਿੱਚੋਂ ਸਪਾਈਕਸ ਵੀ ਆਉਣਗੇ, ਲੇਕਿਨ ਜੋ ਸੈਕੰਡ ਵੇਵ ਜਿੰਨੇ ਭਿਅੰਕਰ ਸੀ, ਮੈਨੂੰ ਨਹੀਂ ਲੱਗਦਾ ਉਸ ਤਰ੍ਹਾਂ ਦੀ ਕੋਈ ਥਰਡ ਵੇਵ ਆਉਣੀ ਹੈ। ਜੋਸ਼ੀ ਸਾਹਿਬ, ਆਪਾਂ ਇਸ ਚੀਜ਼ ਨੂੰ ਪਹਿਲਾਂ ਇਹ ਸਮਝੀਏ ਕਿ ਆਪਾਂ ਅਗਰ ਹਿੰਦੁਸਤਾਨ ਦੇ ਬਾਰੇ ਗੱਲ ਕਰ ਰਹੇ ਹਾਂ ਤਾਂ ਹਿੰਦੁਸਤਾਨ ਦੇ ਸਪੋਜ਼ ਆਪਾਂ ਇੱਕ ਪਿੰਡ ਦੀ ਗੱਲ ਕਰ ਰਹੇ ਹਾਂ, ਇੱਕ ਸ਼ਹਿਰ ਦੀ ਗੱਲ ਕਰ ਰਹੇ ਹਾਂ, ਜਾਂ ਆਪਾਂ ਸੰਗਰੂਰ ਦੀ ਗੱਲ ਕਰ ਰਹੇ ਹਾਂ। ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਇੱਕ ਕੇਸ ਹੋਇਆ, ਤੁਸੀਂ ਕੀ ਸਮਝਦੇ ਹੋ ਕਿ ਉਸ ਦਾ ਸੈਂਪਲ ਜਿਹੜਾ ਹੈਗਾ ਉਹ ਪੂਨੇ ਦੇ ਵਿੱਚ ਟੈਸਟ ਹੋ ਕੇ ਉਹਦੀ ਜੀਨੋਮ ਸਟੱਡੀ ਵੀ ਹੋ ਜਾਏਗੀ, ਉਹਦਾ ਇਹ ਵੀ ਪਤਾ ਚੱਲ ਜੂ ਕਿ ਕਿਹੜਾ ਵੇਰੀਐਂਟ ਹੈ? ਬਿਕੋਜ਼ ਹਿੰਦੁਸਤਾਨ ਦੇ ਵਿੱਚ ਆਪਣੇ ਪ੍ਰਾਈਵੇਟ ਲੈਬੋਰਟਰੀਜ਼ ਨੂੰ ਅਨਫੋਰਚੂਨੇਟਲੀ ਹਾਲੇ ਤੱਕ ਪਰਮਿਸ਼ਨ ਨਹੀਂ ਮਿਲੀ ਜੀਨੋਮ ਸੀਕੁਐਂਸਿੰਗ ਦੀ। ਸੋ ਜਦੋਂ ਜੀਨੋਮ ਸੀਕੁਐਂਸਿੰਗ ਹੀ ਨਹੀਂ ਹੋਈ, ਜਦੋਂ ਆਪਾਂ ਨੂੰ ਇਹ ਨਹੀਂ ਪਤਾ ਕਿਹੜਾ ਵੇਰੀਐਂਟ ਹੈ, ਅੱਧੇ ਲੋਕ ਤਾਂ ਇੱਥੇ ਇਹ ਡਿਨਾਈ ਕਰੀ ਜਾਂਦੇ ਆ ਵੀ ਸਾਨੂੰ ਕੋਵਿਡ ਹੈ ਜਾਂ ਨਹੀਂ ਹੈ। ਸੋ ਇੱਥੇ ਇਹ ਚੀਜ਼ ਪਤਾ ਲਗਾਉਣਾ ਕਿ ਕਿਹਨੂੰ ਡੈਲਟਾ ਵੇਰੀਐਂਟ ਹੈ, ਕਿਹਨੂੰ ਕਿਹੜਾ ਵੇਰੀਐਂਟ ਹੈ, ਇਹ ਬਹੁਤ ਮੁਸ਼ਕਿਲ ਹੈ। ਇਹ ਕਿਆਸ ਲਗਾਏ ਜਾਂਦੇ ਨੇ। ਹਾਂ, ਇਹ ਚੀਜ਼ ਆਪਾਂ ਮੰਨਦੇ ਹਾਂ ਕਿ ਜਿਹੜਾ ਸੈਕੰਡ ਵੇਵ ਆਈ, ਇਹ ਮੇਨਲੀ ਡੈਲਟਾ ਵੇਰੀਐਂਟ ਦੇ ਕਰਕੇ ਆਈ। ਡੈਲਟਾ ਵੇਰੀਐਂਟ ਪਹਿਲੇ ਵਾਲੇ ਜਿਹੜੀ ਸੀਗੀ ਓਰੀਜਨਲ ਵਾਇਰਸ, ਉਹਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਸੀ, ਇਸ ਦੇ ਨਾਲ ਜ਼ਿਆਦਾ ਲੋਕ ਪਕੜ ਦੇ ਵਿੱਚ ਆ ਰਹੇ ਸੀ। ਇਸੇ ਕਰਕੇ ਜੋ ਕੋਰਟਾਂ ਦੀ ਵੀ ਟਿੱਪਣੀ ਆਈ ਕਿ ਇਸ ਵਾਰ ਸੁਨਾਮੀ ਆ ਗਈ। ਸੋ ਇਸ ਤਰ੍ਹਾਂ ਦੇ ਨਾਲ ਇਹ ਜ਼ਿਆਦਾ ਭਿਅੰਕਰ ਸੀਗਾ। ਲੇਕਿਨ ਜਿਹੜਾ ਆਪਾਂ ਲੈਬ ਦੇ ਵਿੱਚ ਜਿਹੜਾ ਟੈਸਟ ਕਰਦੇ ਆ, ਇੱਕ ਵੈਕਸੀਨੇਸ਼ਨ ਤੋਂ ਬਾਅਦ ਦੀ ਜਿਹੜੀ ਐਂਟੀਬਾਡੀ ਡਿਵੈਲਪ ਹੋਈ, ਉਸ ਨੂੰ ਆਪਾਂ ਕਿਸੇ ਵੇਰੀਐਂਟ ਦੇ ਉੱਤੇ ਚੈੱਕ ਕਰਕੇ ਦੇਖਦੇ ਆ ਕਿ ਇਸ ਵੇਰੀਐਂਟ ਤੋਂ ਇਹ ਇਫੈਕਟਿਵ ਹੈ ਜਾਂ ਨਹੀਂ ਹੈ। ਉਸ ਦਾ ਔਰ ਹਿਊਮਨ ਬਾਡੀ ਦੇ ਵਿੱਚ ਇਹ ਕਿਵੇਂ ਬਿਹੇਵ ਕਰਦਾ, ਉਹਦਾ ਜ਼ਮੀਨ ਅਸਮਾਨ ਦਾ ਅੰਤਰ ਹੈ। ਜਿਹੜੀ ਐਂਟੀਬਾਡੀਜ਼ ਹੈ, ਇਹ ਇਕੱਲੀਆਂ ਨਹੀਂ ਬਾਡੀ ਕਿਸੇ ਵੀ ਵਾਇਰਸ ਦੇ ਨਾਲ ਲੜਨ ਨੂੰ, ਇਹ ਇਕੱਲੀਆਂ ਨਹੀਂ ਹੈ। ਬਾਡੀ ਦੇ ਵਿੱਚ ਹੋਰ ਵੀ ਡਿਫੈਂਸ ਮੈਕੈਨਿਜ਼ਮਸ ਹੈ, ਸੈੱਲ ਮੀਡੀਏਟਡ ਇਮਿਊਨਿਟੀ ਹੈ, ਜੋ ਕਿ ਹਮੇਸ਼ਾ ਦੇ ਲਈ ਇੱਕ ਮੈਮਰੀ ਦੇ ਵਿੱਚ ਰਹਿ ਜਾਂਦੀ ਹੈ ਬਾਡੀ ਦੇ। ਉਹ ਹਮੇਸ਼ਾ ਐਂਟੀਬਾਡੀਜ਼ ਨਹੀਂ ਬਣਾਉਂਦੀ, ਉਹ ਜਦੋਂ ਲੋੜ ਪਏਗੀ ਉਦੋਂ ਐਂਟੀਬਾਡੀ ਬਣਾਏਗੀ। ਜਦੋਂ ਜਿਸ ਤਰ੍ਹਾਂ ਦਾ ਵਾਇਰਸ, ਉਸੇ ਤਰ੍ਹਾਂ ਦਾ ਵਾਇਰਸ ਉਹਦੇ ਸੰਪਰਕ 'ਚ ਆਏਗਾ, ਫਿਰ ਐਂਟੀਬਾਡੀ ਬਣਾਏਗੀ। ਸੋ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ, ਇਹ ਐਂਟੀਬਾਡੀਜ਼ ਬਾਡੀ 'ਚ ਹੈਗੀਆਂ ਨੇ। ਔਰ ਜਦੋਂ ਆਪਾਂ ਹਿਊਮਨ ਬਾਡੀ ਉਸ ਚੀਜ਼ ਨੂੰ ਇਮੇਜਿਨ ਕਰਦੇ ਹਾਂ ਤਾਂ ਬਾਡੀ ਦਾ ਡਿਫੈਂਸ ਬਹੁਤ ਮਜ਼ਬੂਤ ਹੈ। ਜੋ ਲੈਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਵਾਇਰਸ 'ਤੇ ਇਫੈਕਟਿਵ ਨਹੀਂ ਹੈ, ਇਹ 'ਤੇ ਸਿਰਫ 60% ਇਫੈਕਟਿਵ ਹੈ, ਇਹ 'ਤੇ ਇੰਨੇ % ਇਫੈਕਟਿਵ ਹੈ। ਇਹ ਪਹਿਲੀ ਗੱਲ, ਬਹੁਤ ਛੋਟੇ ਸੈਂਪਲ ਹੁੰਦੇ ਨੇ ਜਿਨ੍ਹਾਂ 'ਤੇ ਇਹ ਸਟੱਡੀ ਹੁੰਦੀ ਹੈ। ਔਰ ਦੂਸਰੀ ਗੱਲ, ਇਹ ਲੈਬ ਦੇ ਵਿੱਚ ਕਿਵੇਂ ਬਿਹੇਵ ਕਰਦਾ ਔਰ ਹਿਊਮਨ ਬਾਡੀ ਦੇ ਵਿੱਚ ਜਦ ਚਾਰੇ ਪਾਸੇ ਵਾਇਰਸ 'ਤੇ ਅਟੈਕ ਹੋਣਾ, ਉਹ 'ਤੇ ਕਿਵੇਂ ਬਿਹੇਵ ਕਰੇਗਾ, ਉਹਦਾ ਬਹੁਤ ਜ਼ਿਆਦਾ ਫਰਕ ਹੈ। ਮੈਂ ਬਿਲਕੁਲ ਇੱਕੋ ਹੀ ਸੁਨੇਹਾ ਦੇਣਾ ਚਾਹਾਂਗਾ ਕਿ ਅਣਗਿਣਤ ਉਤਾਰ ਚੜਾਅ ਆਏ, ਆਪਦਾਵਾਂ ਆਈਆਂ, ਚਲੀਆਂ ਗਈਆਂ। ਆਪਣਾ ਹਿੰਦੁਸਤਾਨੀਆਂ ਦਾ, ਮਨੁੱਖਤਾ ਦਾ ਨਾ ਜਜ਼ਬਾ ਹਾਰਿਆ, ਨਾ ਮਨੁੱਖਤਾ ਹਾਰੀ ਹੈ। ਇਹ ਐਂ ਹੀ ਚੱਲਦੀ ਰਹਿਣੀ ਹੈ। ਕੁਝ ਡਰਨ ਦੀ ਲੋੜ ਨਹੀਂ ਹੈ।
ਸਿਰਫ ਆਪਣੀਆਂ ਪ੍ਰੀਕਾਸ਼ਨਸ ਰੱਖੋ, ਵੈਕਸੀਨੇਸ਼ਨ ਕਰਾਓ ਤੇ ਕੋਈ ਦਿੱਕਤ ਨਹੀਂ ਹੈ। ਜ਼ਿੰਦਗੀ ਹੈ, ਇੱਕ ਨਿਊ ਨਾਰਮਲ ਹੈ, ਇਸ ਨੂੰ ਆਪਾਂ ਨਾਲ ਹੀ ਚੱਲਣਾ ਹੈ। ਆਪਣਾ ਜਿਹੜਾ ਜਜ਼ਬਾ ਹੈ ਉਹ ਨਾ ਹਾਰਨ ਦਿਓ।